अस्सलाम वालेकुम। अच्छा प्याਰਿਓ ਕੀ ਹਾਲ ਹੈ ਤੁਹਾਡਾ। ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ, ਕੋਈ ਵਿਆਹ ਸ਼ਾਦੀ, ਕਿਸੇ ਦੇ ਘਰ ਕੋਈ ਮੁੰਡਾ ਹੋ ਗਿਆ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਕੋਈ ਨੱਚਣ ਗਾਣ ਵਾਲਾ ਕੋਈ ਖਵਾਜਾ ਸਰਾ ਸਾਧਦੇ ਹੋ ਤੇ ਤੁਸੀਂ ਕਿਉਂ ਸਾਧਦੇ ਹੋ? ਇੰਜੋਇਮੈਂਟ ਕਰਨ ਲਈ। ਉਸ ਫੰਕਸ਼ਨ ਦੇ ਵਿੱਚ ਜ਼ਿਆਦਾਤਰ ਕੌਣ ਲੋਕ ਹੁੰਦੇ, ਕਿੰਨੀ ਉਮਰ ਵਾਲੇ ਲੋਕ ਹੁੰਦੇ ਆ? ਕਦੀ ਉਸ ਫੰਕਸ਼ਨ ਦੇ ਵਿੱਚ ਤੁਸੀਂ 40-45 ਸਾਲ ਤੋਂ ਵੱਡੀ ਉਮਰ ਦੇ ਬੰਦੇ ਵੇਖੇ ਆ? ਨਹੀਂ। ਮੈਂ ਤੇ ਬਹੁਤ ਘੱਟ ਵੇਖਦਾ, ਸ਼ਾਜ਼ੋ ਨਾਦਰ ਹੀ ਹੁੰਦੇ। ਕੁਝ ਲੋਕਾਂ ਦਾ ਦਿਲ ਜਿਹੜਾ ਉਹ ਬੁੱਢੇ ਬਾਰੇ 'ਚ ਵੀ ਜਵਾਨ ਹੁੰਦਾ। ਉਹ ਲੋਕ ਬੈਠੇ ਹੁੰਦੇ ਆ ਜਿਹੜੇ ਕਿ ਇੱਕ ਇੰਜੋਇਮੈਂਟ ਚਾਹੁੰਦੇ ਆ, ਕੋਈ ਚੁੰਡੀ ਵੱਢਣਾ, ਕੋਈ ਜੱਫੀ ਪਾਉਣਾ, ਇਸ ਤਰ੍ਹਾਂ ਦੇ ਹੁੰਦੇ ਆ। ਅੱਜ ਜਿਹੜੀ ਵੀਡੀਓ ਤੁਹਾਨੂੰ ਨਾਲ ਸ਼ੇਅਰ ਕਰਨ ਚੱਲਾਂ, ਇਹ ਪੂਰੀ ਤੁਸੀਂ ਸੁਣਨੀ ਆ ਤੇ ਫਿਰ ਤੁਸੀਂ ਫੈਸਲਾ ਦੇਣਾ ਕਿ ਇੱਥੇ ਗਲਤ ਕੌਣ ਆ। ਇਹ ਪਿਛਲੇ ਦਿਨਾਂ 'ਚ ਇੱਕ ਵੀਡੀਓ ਬੜੀ ਵਾਇਰਲ ਹੋਈ ਆ ਤੇ ਉਹ ਵੀਡੀਓ ਸੀਗੀ ਇਹ ਆਪਣੇ ਖਵਾਜਾ ਸਰਾ ਮਹਿਕ ਮਲਕ ਸਾਹਿਬਾ ਦੀ। ਸਾਹਿਬਾ ਕਹੋ ਜਾਂ ਸਾਹਿਬ ਕਹੋ, ਮੈਨੂੰ ਸਮਝ ਨਹੀਂ ਆ ਰਹੀ ਹੁਣ ਮੈਂ ਕੀ ਕਹਾਂ। ਤੇ ਇਸ ਵੀਡੀਓ ਦੇ ਵਿੱਚ ਮੌਜੂ ਜਿਹੜਾ ਉਹ ਇਹ ਆ ਕਿ ਇਹਨਾਂ ਨੂੰ ਕਿਸੇ ਬੰਦੇ ਨੇ ਆ ਕੇ ਟੱਚ ਕੀਤਾ। ਅੱਛਾ, ਪਹਿਲੇ ਰੌਸ਼ਨੀ ਥੋੜੀ ਜਿਹੀ ਇਹ ਪਾ ਲਵਾਂ ਕਿ ਇਹਨਾਂ ਨੂੰ ਬੜੀ ਇੱਜ਼ਤ ਮਿਲੀ ਹੋਈ ਆ ਔਰ ਦਰਮਿਆਨ 'ਚ ਇੱਜ਼ਤ ਹੋਰ ਜ਼ਿਆਦਾ ਵੱਧ ਗਈ ਸੀ ਜਦੋਂ ਇਹ ਮੌਲਾਨਾ ਤਾਰਕ ਜਮੀਲ ਸਾਹਿਬ ਦੇ ਨਾਲ ਤਬਲੀਗੀ ਜਮਾਤ ਤੇ ਟੁਰ ਗਏ ਸੀ ਤੇ ਲੋਕਾਂ ਨਾਲ ਦੀਨ ਦੀਆਂ ਗੱਲਾਂ ਕਰਦੇ ਸੀ ਤੇ ਬੜਾ ਉਹ ਪ੍ਰੋਟੋਕੋਲ ਚੱਲ ਰਿਹਾ ਸੀ ਇਹਨਾਂ ਦਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਵਾਪਸੀ ਇਸੇ ਮੁਜਰਾ ਪਾਰਟੀ 'ਚ ਕਰ ਲਈ ਆ। ਅੱਛਾ, ਦੀਨ ਦੀਆਂ ਗੱਲਾਂ ਸਿੱਖਣ ਤੋਂ ਬਾਅਦ ਜਦੋਂ ਮੁਜਰਾ ਪਾਰਟੀ 'ਚ ਵਾਪਸੀ ਹੋਈ ਆ ਤੇ ਉੱਥੇ ਮੈਨੂੰ ਨਹੀਂ ਸਮਝ ਆਈ ਵੀ ਇਹ ਕੀ ਸੀਨ ਬਣਿਆ। ਸਿਆਲਕੋਟ ਦੇ ਸ਼ਹਿਰ ਦੇ ਵਿੱਚ ਇੱਕ ਫੰਕਸ਼ਨ ਸੀਗਾ ਤੇ ਹਰ ਸ਼ਹਿਰ ਦੇ ਵਿੱਚ ਹੀ ਬੜੇ ਅਮੀਰ ਲੋਕ ਹੁੰਦੇ, ਲੇਕਿਨ ਸਿਆਲਕੋਟ ਸ਼ਹਿਰ ਕਹਿੰਦੇ ਕਿ ਰਈਸਾਂ ਦਾ ਸ਼ਹਿਰ ਆ, ਐਲੀਟ ਕਲਾਸ ਉੱਥੇ ਰਹਿੰਦੀ ਆ। ਫੈਸਲਾਬਾਦ ਜਿਵੇਂ ਇੰਡਸਟਰੀ ਦਾ ਸ਼ਹਿਰ ਹੈ ਨਾ, ਤੇ ਐਲੀਟ ਕਲਾਸ ਦਾ ਸ਼ਹਿਰ ਜਿਹੜਾ ਆ ਉਹ ਸਿਆਲਕੋਟ ਹੀ ਕਿਹਾ ਜਾਂਦਾ। ਉੱਥੇ ਇੰਡਸਟਰੀ ਤੇ ਛੋਟੀ ਹੈ, ਲੇਕਿਨ ਉਹ ਛੋਟੀ ਇੰਡਸਟਰੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਕਿ ਜਿਹੜੀਆਂ ਆਪਣੇ ਆਪ 'ਚ ਬਹੁਤ ਹੀ ਕੀਮਤੀ ਆ। ਮਤਲਬ ਛੋਟਾ ਕੰਮ ਲੇਕਿਨ ਪੈਸਾ ਜ਼ਿਆਦਾ। ਸਰਜੀਕਲ ਔਜ਼ਾਰ ਬਣਦੇ ਆ, ਫੁੱਟਬਾਲ ਬਣਦੇ ਆ, ਗੇਂਦ, ਹਾਕੀ, ਬੈਟ, ਇਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਵਿਕਦੀਆਂ ਤੇ ਸਿਆਲਕੋਟ ਦਾ ਨਾਂ ਮੰਨਿਆ ਜਾਂਦਾ। ਤੇ ਸਿਆਲਕੋਟ ਦੇ ਬਾਰੇ 'ਚ ਤੁਸੀਂ ਸੁਣਿਆ ਹੀ ਹੋਣਾ ਕਿ ਉਹ ਸ਼ਹਿਰ ਆ ਜਿਹਨੇ ਆਪਣਾ ਏਅਰਪੋਰਟ ਬਣਾਤਾ, ਆਪਣੀ ਏਅਰਲਾਈਨ ਚਲਾਤੀ ਉੱਥੇ ਦੇ ਲੋਕਾਂ ਨੇ ਰਲ ਕੇ। ਸਿਆਲਕੋਟ ਸ਼ਹਿਰ 'ਚ ਜਿਹੜਾ ਏਅਰਪੋਰਟ ਬਣਿਆ ਉੱਥੇ ਦੇ ਲੋਕਾਂ ਨੇ ਮਿਲ ਕੇ ਬਣਾਇਆ। ਇਹੋ ਜਿਹਾ ਸ਼ਹਿਰ ਆ। ਅੱਛਾ, ਮੁੱਦੇ ਵਾਲੀ ਗੱਲ ਤੇ ਆਉਂਦੇ ਕਿ ਉੱਥੇ ਇੱਕ ਫੰਕਸ਼ਨ ਹੋ ਰਿਹਾ ਸੀ ਜਿੱਥੇ ਮਹਿਕ ਮਲਕ ਨੂੰ ਬੁਲਾਇਆ ਗਿਆ। ਪੈਸਾ ਦੇ ਕੇ ਬੁਲਾ ਲਿਆ ਜਾਂਦਾ ਜਿੱਥੇ ਲੋਕਾਂ ਦੀ ਹਿੰਮਤ ਹੁੰਦੀ ਆ। ਮਹਿਕ ਮਲਕ ਪਰਫਾਰਮ ਕਰ ਰਹੀ ਆ, ਰਾਤ ਦਾ ਟਾਈਮ ਆ। ਅੱਛਾ, ਰਾਤ ਦਾ ਟਾਈਮ ਆ ਤੇ ਉੱਥੇ ਇੱਕ ਲਾਗੇ ਕੋਈ ਮੌਲਵੀ ਸਾਹਿਬ ਸੀਗੇ ਜਿਹੜੇ ਉੱਠੇ ਤੇ ਉਹਨਾਂ ਨੇ ਵੇਖਿਆ ਕਿ ਯਾਰ ਡੈਕ ਚੱਲ ਰਹੇ ਆ ਤੇ ਗਾਣੇ ਚੱਲ ਰਹੇ ਆ, ਸ਼ੋਰ ਸ਼ਰਾਬਾ ਲੋਕਾਂ ਨੂੰ ਡਿਸਟਰਬ ਕਰ ਰਹੇ ਆ। ਉਹ ਉੱਠੇ ਤੇ ਉੱਠ ਕੇ ਆ ਗਏ ਤੇ ਉਹਨਾਂ ਨੇ ਆ ਕੇ ਨਾ ਇਹਨਾਂ ਨੂੰ ਪਹਿਲੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਕੀ ਕੰਮ ਲਾਇਆ ਵਾ, ਇਹਦੀ ਆਵਾਜ਼ ਹੌਲੀ ਕਰ ਲਓ, ਲੋਕਾਂ ਨੂੰ ਤੰਗ ਨਾ ਕਰੋ। ਪਹਿਲੀ ਗੱਲ ਤੇ ਇਹ ਹੈ ਕਿ ਇਹ ਗਾਣਾ ਵਜਾਣਾ ਕਿੱਥੇ ਲਿਖਿਆ ਆ, ਕੋਈ ਅਖਲਾਕੀਆਤ ਹੁੰਦੇ ਆ। ਤੁਸੀਂ ਸਵੇਰੇ ਉੱਠ ਕੇ ਨਮਾਜ਼ ਨਹੀਂ ਪੜ੍ਹਨੀ ਵੀ ਆਪਣਾ ਸੌਵੋ, ਦੂਸਰਿਆਂ ਨੂੰ ਵੀ ਸੌਣ ਦਿਓ। ਲੋਕਾਂ ਦੇ ਸੌਣ ਦਾ ਟਾਈਮ ਆ, ਤੁਸੀਂ ਰਾਤ ਨੂੰ ਖੁਸ਼ੀਆਂ ਮਨਾ ਰਹੇ ਹੋ। ਇਸੇ ਦੌਰਾਨ ਜਦੋਂ ਮਹਿਕ ਮਲਕ ਵੱਲੋਂ ਕੁਝ ਲੋਕਾਂ ਨੇ ਕਹਿੰਦੇ ਮੌਲਵੀ ਸਾਹਿਬ ਨਾਲ ਬਦਤਮੀਜ਼ੀ ਕੀਤੀ ਤੇ ਮੌਲਵੀ ਸਾਹਿਬ ਨੇ ਬਕੌਲ ਮਹਿਕ ਮਲਕ ਨੂੰ ਟੱਚ ਕੀਤਾ। ਥੱਪੜ ਮਾਰਿਆ ਜਾਂ ਜਿਸ ਤਰ੍ਹਾਂ ਵੀ ਟੱਚ ਹੋਇਆ। ਅੱਛਾ, ਟੱਚ ਹੋਇਆ ਤੇ ਉਸ ਤੋਂ ਬਾਅਦ ਮਹਿਕ ਮਲਕ ਗੁੱਸੇ 'ਚ ਆਈ ਤੇ ਉਹਨੇ ਮੋਬਾਈਲ ਚੱਕਿਆ, ਚੱਕ ਕੇ 15 ਤੇ ਕਾਲ ਕੀਤੀ ਤੇ ਪੁਲਿਸ ਬੁਲਾ ਲਈ। ਹੁਣ ਸ਼ੋਸ਼ਾ ਇਹ ਉੜਿਆ ਸੀਗਾ ਕਿ ਪੁਲਿਸ ਨੇ ਆ ਕੇ ਮਹਿਕ ਮਲਕ ਦਾ ਸ਼ੋਅ ਬੰਦ ਕਰਾਤਾ। ਨਹੀਂ, ਇੱਥੇ ਸੀਨ ਕੁਝ ਪੁੱਠਾ ਆ। ਪੁਲਿਸ ਨੇ ਸ਼ੋਅ ਨਹੀਂ ਬੰਦ ਕਰਾਇਆ, ਪੈਸੇ ਨੇ ਸ਼ੋਅ ਲਵਾਇਆ ਸੀਗਾ ਕਿ ਤੁਹਾਡੇ ਕੋਲ ਪੈਸਾ ਹੈਗਾ ਤੇ ਤੁਸੀਂ ਜਾਇਜ਼ ਨਾਜਾਇਜ਼ ਜਿਹੜੀ ਕੰਮ ਚਾਹੋ ਕਰ ਸਕਦੇ ਹੋ। ਅੱਛਾ, ਪੁਲਿਸ ਆ ਗਈ ਆ ਤੇ ਮਹਿਕ ਮਲਕ, ਤੁਸੀਂ ਇਹ ਵੀਡੀਓ ਤੁਹਾਨੂੰ ਦਿਖਾਉਣਾ, ਮੋਬਾਈਲ ਵਿਖਾ ਰਹੀ ਹੈ ਕਿ ਇਹ ਵੇਖੋ ਸਾਡੇ ਕੋਲ ਪਰਮਿਟ ਆ ਜਿਹੜਾ ਡੀਸੀ ਆਫਿਸ 'ਚੋਂ ਲਿਆ। ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਅਸੀਂ ਤਰੀਕੇ ਨਾਲ ਸਾਰਾ ਕੰਮ ਕਰ ਰਹੇ ਹਾਂ, ਅਸੀਂ ਪਰਮਿਟ ਲੈ ਕੇ ਕਰ ਰਹੇ ਹਾਂ। ਲੇਕਿਨ ਉਸ ਪਰਮਿਟ ਦੇ ਵਿੱਚ ਇਹ ਵੀ ਹੁੰਦਾ ਕਿ ਤੁਹਾਡੀ ਵਜ੍ਹਾ ਨਾਲ ਦੂਸਰੇ ਲੋਕ ਜਿਹੜੇ ਉਹ ਡਿਸਟਰਬ ਨਾ ਹੋਣ। ਉਹ ਉਹਨਾਂ ਨੂੰ ਦੱਸ ਰਹੀ ਹੈ ਕਿ ਇੱਥੇ ਮੌਲਵੀ ਸਾਹਿਬ ਆ ਤੇ ਉਹ ਮੈਨੂੰ ਟੱਚ ਕੀਤਾ ਤੇ ਮੈਨੂੰ ਬਦਤਮੀਜ਼ੀ ਕੀਤੀ ਆ, ਉਹਨਾਂ ਨੂੰ ਫੜੋ। ਤੇ ਇਹ
ਜਿਹੜੇ ਲੋਕ ਆ ਇਹ ਸਾਡੇ ਕੋਲੋਂ ਪੈਸੇ ਵੀ ਖੋਹ ਲੈਂਦੇ ਆ ਜਦੋਂ ਅਸੀਂ ਫੰਕਸ਼ਨ ਤੇ ਜਾਂਦੇ ਆ, ਸਾਨੂੰ ਇੱਜ਼ਤ ਨਹੀਂ ਦਿੱਤੀ ਜਾਂਦੀ, ਸਾਨੂੰ ਇਹ ਕੀਤਾ ਜਾਂਦਾ, ਸਾਨੂੰ ਉਹ ਕੀਤਾ ਜਾਂਦਾ। ਅੱਛਾ, ਮੈਂ ਇਹ ਪੁੱਛਣਾ ਚਾਹਾਂਗਾ ਮਹਿਕ ਮਲਕ ਕੋਲੋਂ ਕਿ ਜਦੋਂ ਤੁਸੀਂ ਤਬਲੀਗੀ ਜਮਾਤ ਨਾਲ ਗਏ ਸੀ, ਉੱਥੇ ਵੀ ਕੋਈ ਤੁਹਾਨੂੰ ਟੱਚ ਕਰਦਾ ਸੀ? ਦੇਖੋ, ਜਿਹੋ ਜਿਹਾ ਕੰਮ ਕਰ ਰਹੇ ਹੋ ਉਸ ਕੰਮ ਦੇ ਵਿੱਚ ਤੇ ਇਹ ਸਾਰੇ ਹੀ ਮੁੰਡੇ ਖੁੰਡੇ ਹੁੰਦੇ ਨਾ ਜਿਹੜੇ ਤੁਹਾਡਾ ਪ੍ਰੋਗਰਾਮ ਕਰਾਉਂਦੇ ਆ। ਕਦੀ ਤੁਹਾਨੂੰ ਕੋਈ 60 ਸਾਲ ਦੇ ਬਾਬੇ ਨੇ ਵੀ ਕਿਹਾ ਵੀ ਮੈਂ ਪ੍ਰੋਗਰਾਮ ਕਰਾਉਣਾ, ਸਾਡੇ ਮੁੰਡੇ ਦਾ ਵਿਆਹ ਆ? ਇਹ ਮੁੰਡੇ ਖੁੰਡੇ 18-20 ਸਾਲ ਦੇ ਹੁੰਦੇ ਆ ਤੇ ਉਹ ਤੇ ਆਪਣੀ ਛੇੜਛਾੜ ਪੂਰੀ ਕਰਨ ਨੂੰ ਤੁਹਾਨੂੰ ਸੱਦਦੇ ਆ। ਹੁਣ ਤੇਰਾ ਲੈਵਲ ਥੋੜਾ ਜਿਹਾ ਵੱਧ ਗਿਆ, ਤੂੰ ਪੈਸੇ ਵਾਲੀ ਆ ਗਈ, ਤੇਰੀ ਮੰਗ ਜ਼ਿਆਦਾ ਹੋ ਗਈ ਆ। ਨਹੀਂ ਤੇ ਆਮ ਰੂਟੀਨ ਦੇ ਵਿੱਚ ਜਿਹੜੇ ਮਹੱਲੇ ਗਲੀਆਂ 'ਚ ਖਵਾਜਾ ਸਰਾ ਬੁਲਾਏ ਜਾਂਦੇ ਆ, ਉਹਨਾਂ ਨਾਲ ਪਤਾ ਨਹੀਂ ਉਹ ਜੱਫੀਆਂ ਪਾਉਂਦੇ ਆ, ਕੀ ਕਰਦੇ ਆ। ਹੁਣ ਉਹਨਾਂ ਨੂੰ ਤਾਂ ਨਹੀਂ ਪਤਾ ਨਾ ਵੀ ਤੇਰਾ ਲੈਵਲ ਵੱਧ ਗਿਆ, ਉਹਨਾਂ ਵਾਸਤੇ ਤਾਂ ਤੂੰ ਵੀ ਇੱਕ ਖੁਸਰਾ ਹੀ ਆ ਤੇ ਹੈ ਹੀ ਖੁਸਰਾ, ਉਹ ਇੱਕ ਨੱਚਣ ਵਾਲਾ ਹੀ ਕਹਿ ਲਓ। ਬਾਕੀ ਜੇ ਮੇਰੀ ਗੱਲ ਤੁਹਾਨੂੰ ਬੁਰੀ ਲੱਗੇ ਤਾਂ ਮਾਜ਼ਰਤ ਚਾਹੁੰਦਾ, ਲੇਕਿਨ ਤੁਸੀਂ ਆਪਣੇ ਆਪ ਤੇ ਥੋੜੀ ਜਿਹੀ ਰੋਸ਼ਨੀ ਪਾਓ, ਤੁਹਾਡਾ ਕੰਮ ਹੀ ਇਵੇਂ ਦਾ ਆ। ਤੇ ਦੂਸਰਾ, ਉਹ ਮੌਲਵੀ ਸਾਹਿਬ ਵੀ ਠੀਕ ਸੀਗੇ ਆਪਣੀ ਜਗ੍ਹਾ ਤੇ ਕਿ ਯਾਰ ਤੁਸੀਂ ਸ਼ੋਰ ਸ਼ਰਾਬਾ ਨਾ ਕਰੋ। ਹੁਣ ਯੂਰਪ ਦੇ ਵਿੱਚ ਸਾਰੇ ਹੀ ਕੰਮ ਕੀਤੇ ਜਾਂਦੇ ਆ, ਅਗਰ ਉੱਥੇ ਕੋਈ ਪਾਰਟੀ ਕਰ ਰਿਹਾ ਨਾ ਆਪਣੇ ਘਰ ਦੇ ਅੰਦਰ ਤੇ ਕੋਈ ਦੂਸਰਾ ਬੰਦਾ ਆ ਕੇ ਉਹਨੂੰ ਰੋਕਦਾ ਨਹੀਂ, ਲੇਕਿਨ ਉੱਥੇ ਉਹਦੇ ਜਿਹੜੇ ਵਜ੍ਹਾ ਤੋਂ ਕੋਈ ਦੂਸਰਾ ਬੰਦਾ ਤੰਗ ਵੀ ਨਹੀਂ ਹੁੰਦਾ। ਅਗਰ ਕੋਈ ਤੰਗ ਹੁੰਦਾ ਤੇ ਫੌਰਨ ਪੁਲਿਸ ਨੂੰ ਕਾਲ ਕਰਕੇ ਪੁਲਿਸ ਬੁਲਾ ਲੈਂਦਾ, ਭਾਈ ਮੈਂ ਸਵੇਰੇ ਨੌਕਰੀ ਤੇ ਜਾਣਾ ਤੇ ਮੇਰੇ ਤੇ ਇਹਨਾਂ ਨੇ ਨੀਂਦਰ ਖਰਾਬ ਕੀਤੀ ਆ, ਮੈਂ ਸਵੇਰੇ ਕੰਮ ਕਿਵੇਂ ਕਰਾਂਗਾ। ਤੇ ਇਹੀ ਕੰਮ ਇੱਥੇ ਮਹਿਕ ਮਲਕ ਸਾਹਿਬਾ ਕਰ ਰਹੀਆਂ ਕਿ ਰਾਤ ਦੇ 2 ਵਜੇ ਆ ਸ਼ੋਅ ਚੱਲ ਰਿਹਾ ਤੇ ਉਹ ਫਿਰ ਇੱਥੇ ਕਹਿ ਰਹੀ ਹੈ ਕਿ ਮੈਨੂੰ ਪੁਲਿਸ ਪ੍ਰੋਟੈਕਸ਼ਨ ਦਿਓ, ਸਾਨੂੰ ਪ੍ਰੋਟੈਕਸ਼ਨ ਨਹੀਂ ਮਿਲਦੀ, ਸਾਡੇ ਨਾਲ ਜ਼ਿਆਦਤੀਆਂ ਹੁੰਦੀਆਂ, ਸਾਡੇ ਪੈਸੇ ਖੋਲੇ ਜਾਂਦੇ ਆ। ਬਾਕੀ ਇਹ ਸਾਰੀ ਕਹਾਣੀ ਸੀਗੀ ਕਿ ਪੁਲਿਸ ਆਈ ਕਿਸ ਤਰ੍ਹਾਂ, ਉਹ ਮਹਿਕ ਮਲਕ ਨੇ ਆਪ ਹੀ ਸੱਦੀ ਸੀ। ਤੇ ਤੁਸੀਂ ਮੈਨੂੰ ਕਮੈਂਟ 'ਚ ਇਹ ਦੱਸੋ ਕਿ ਇੱਥੇ ਮੌਲਵੀ ਸਾਹਿਬ ਗਲਤ ਸੀਗੇ ਜਾਂ ਮਹਿਕ ਮਲਕ ਗਲਤ ਸੀ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਰੱਬ ਤੁਹਾਨੂੰ ਖੁਸ਼ ਰੱਖੇ, ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਖੁਸ਼ੀਆਂ ਮਨਾਉਣ ਦੀ ਹਿੰਮਤ ਦੇਵੇ, ਲੇਕਿਨ ਖੁਸ਼ੀਆਂ ਇਸ ਤਰ੍ਹਾਂ ਮਨਾਓ ਕਿ ਦੂਸਰਿਆਂ ਦਾ ਦਿਲ ਨਾ ਦੁਖੇ, ਦੂਸਰਿਆਂ ਦੇ ਮਾਮਲਾਤ ਖਰਾਬ ਨਾ ਹੋਣ ਤੇ ਦੂਸਰੇ ਤੁਹਾਨੂੰ ਦਿਲ 'ਚ ਗਾਲਾਂ ਨਾ ਕੱਢਣ। ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।